ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਉਦਮ ਕਰਤ ਆਨੰਦ ਪਿਆ। ਇਸ ਵਿੱਚ ਆਪ ਜੀ ਨੇ ਪਸ਼ਚਾਤਾਪ ਤੇ ਪ੍ਰਾਇਸ਼ਚਿਤ ਇਹਨਾਂ ਦੋਨਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ ਕਿ ਪਸ਼ਚਾਤਾਪ ਤੋਂ ਕੀ ਭਾਵ ਹੈ ਤੇ ਪ੍ਰਾਇਸ਼ਚਿਤ ਤੋਂ ਕੀ ਭਾਵ ਹੈ, ਤੇ ਇਹ ਵੀ ਦਰਸਾਇਆ ਹੈ ਕਿ ਕਈਆਂ ਨੇ ਪ੍ਰਾਇਸ਼ਚਿਤ ਦੇ ਗਲਤ ਅਰਥ ਲੈ ਕੇ ਆਪਣੇ ਜੀਵਨ ਨੂੰ ਤਬਾਹ ਕਰ ਦਿੱਤਾ। ਸਾਨੂੰ ਕਿਸ ਤਰ੍ਹਾਂ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ, ਪਛਤਾਵਾ ਕਰਨਾ ਚਾਹੀਦਾ ਹੈ, ਇਹ ਵੀ ਖੋਲ ਕੇ ਦਰਸਾਇਆ ਹੈ। ਇਸ ਦੇ ਨਾਲ ਇੱਕ ਗੱਲ ਹੋਰ ਦਰਸਾਈ ਹੈ ਕਿ ਸੰਸਾਰਕ ਪਦਵੀਆਂ ਤੇ ਮਨੁੱਖਤਾ ਵਿੱਚੋਂ ਮਨੁੱਖਤਾ ਨੂੰ ਚੁਣੋ, ਕਿਉਂਕਿ ਸੰਸਾਰਕ ਪਦਵੀਆਂ ਇੱਕ ਦੂਜੇ ਵਿੱਚ ਫਰਕ ਪਾਉਂਦੀਆਂ ਹਨ ਤੇ ਮਨੁੱਖਤਾ ਏਕਤਾ ਦੇ ਘੇਰੇ ਵਿੱਚ ਲਿਆਉਂਦੀ ਹੈ। ਤੇ ਨਾਲ ਹੀ ਇਹ ਵੀ ਦਰਸਾਇਆ ਹੈ ਕਿ ਕਿਸੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਖੁਦ ਚੰਗਾ ਬਣੋ, ਤੇ ਇਸ ਤਰ੍ਹਾਂ ਜਿਹੜਾ ਨਮੂਨਾ ਬਣੋਗੇ ਤੁਹਾਡਾ ਨੇਕ ਨਮੂਨਾ ਤੁਹਾਡੇ ਫੋਕੇ ਵਾਕਾਂ ਨਾਲੋਂ ਵਧੇਕ ਅਸਰ ਕਰੇਗਾ। ਸੋ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਉਦਮ ਕਰਤ ਆਨੰਦ ਪਿਆ, ਸਿਮਰਤ ਸੁਖਸਾਰ। ਆਲਸ ਵਿੱਚ ਪਸ਼ੂਪਨ ਹੈ, ਕਿਰਿਆ ਤੇ ਉਦਮ ਵਿੱਚ ਜੀਵਨ ਹੈ ਤੇ ਗਿਆਨ ਵਿੱਚ ਮਨੁੱਖਤਾ ਹੈ। ਭਗਤ ਦਾ ਹਿਰਦਾ ਹੁੰਦਾ ਹੈ, ਗਿਆਨ ਦੀਆਂ ਅੱਖਾਂ ਹੁੰਦੀਆਂ ਹਨ ਤੇ ਕਰਮ ਦੇ ਪੈਰ ਹੁੰਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਿੱਖ ਵਿੱਚ ਤਿੰਨੇ ਨਿਵਾਸ ਕਰਦੇ ਹਨ। ਹਾਂਜੀ, ਫਿਰ ਦੁਹਰਾ ਦਈਏ। ਆਲਸ ਵਿੱਚ ਪਸ਼ੂਪਨ ਹੈ, ਕਿਰਿਆ ਤੇ ਉਦਮ ਵਿੱਚ ਜੀਵਨ ਹੈ ਤੇ ਗਿਆਨ ਵਿੱਚ ਮਨੁੱਖਤਾ ਹੈ। ਭਗਤ ਦਾ ਹਿਰਦਾ ਹੁੰਦਾ ਹੈ, ਗਿਆਨ ਦੀਆਂ ਅੱਖਾਂ ਹੁੰਦੀਆਂ ਹਨ ਤੇ ਕਰਮ ਦੇ ਪੈਰ ਹੁੰਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਿੱਖ ਵਿੱਚ ਤਿੰਨੇ ਨਿਵਾਸ ਕਰਦੇ ਹਨ। ਭਗਤੀ ਵਿੱਚ ਤੀਬਰਤਾ ਹੁੰਦੀ ਹੈ, ਗਿਆਨ ਵਿੱਚ ਦ੍ਰਿਸ਼ਟੀ ਹੁੰਦੀ ਹੈ, ਕਰਮ ਵਿੱਚ ਸ਼ਕਤੀ ਹੁੰਦੀ ਹੈ। ਤਾਂਹੀਓ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਵਲਵਲੇ ਦੀ ਤੀਬਰਤਾ ਵਾਲਾ ਹੁੰਦਾ ਹੈ, ਬੁੱਧੀ ਦੀ ਤੀਖਣਤਾ ਵਾਲਾ ਹੁੰਦਾ ਹੈ ਤੇ ਤਿਆਰ ਬਰ ਤਿਆਰ ਕੰਮ ਕਰਨ ਵਾਲਾ, ਕਰਮ ਕਰਤ ਹੋਵੇ ਨਿਹਕਰਮ ਵਾਲਾ ਹੁੰਦਾ ਹੈ। ਸੰਸਾਰਕ ਪਦਵੀ ਸਾਰਿਆਂ ਦੀ ਅਡਰੀ ਅਡਰੀ ਹੈ, ਪਰ ਮਨੁੱਖਤਾ ਇੱਕ ਹੈ। ਤੁਸੀਂ ਪਦਵੀ ਨੂੰ ਇੱਕ ਪਾਸੇ ਰੱਖ ਕੇ ਮਨੁੱਖਤਾ ਨੂੰ ਵੇਖੋ, ਫਿਰ ਤੁਹਾਨੂੰ ਏਕ ਪਿਤਾ ਏਕਸ ਕੇ ਹਮਬਾਰਕ ਦੀ ਸੋਝੀ ਪਏਗੀ। ਸੰਸਾਰਕ ਪਦਵੀਆਂ ਇੱਕ ਦੂਜੇ ਵਿੱਚ ਫਰਕ ਪਾਉਂਦੀਆਂ ਹਨ ਤੇ ਮਨੁੱਖਤਾ ਏਕਤਾ ਦੇ ਘੇਰੇ ਵਿੱਚ ਲਿਆਉਂਦੀ ਹੈ। ਹਾਂਜੀ, ਫਿਰ ਦੁਹਰਾ ਦਈਏ ਕਿ ਸੰਸਾਰਕ ਪਦਵੀ ਸਾਰਿਆਂ ਦੀ ਅਡਰੀ ਅਡਰੀ ਹੈ, ਪਰ ਮਨੁੱਖਤਾ ਇੱਕ ਹੈ। ਤੁਸੀਂ ਪਦਵੀ ਨੂੰ ਇੱਕ ਪਾਸੇ ਰੱਖ ਕੇ ਮਨੁੱਖਤਾ ਨੂੰ ਵੇਖੋ, ਫਿਰ ਤੁਹਾਨੂੰ ਏਕ ਪਿਤਾ ਏਕਸ ਕੇ ਹਮਬਾਰਕ ਦੀ ਸੋਝੀ ਪਏਗੀ। ਸੰਸਾਰਕ ਪਦਵੀਆਂ ਇੱਕ ਦੂਜੇ ਵਿੱਚ ਫਰਕ ਪਾਉਂਦੀਆਂ ਹਨ ਤੇ ਮਨੁੱਖਤਾ ਏਕਤਾ ਦੇ ਘੇਰੇ ਵਿੱਚ ਲਿਆਉਂਦੀ ਹੈ। ਸੰਸਾਰ ਵਿੱਚ ਇੱਕ ਅਜਿਹਾ ਟਿਕਾਣਾ ਹੈ ਜਿੱਥੇ ਮਨੁੱਖ ਆਪਣੇ ਦਿਲ ਨੂੰ ਖੋਲ ਕੇ ਰੱਖ ਦਿੰਦਾ ਹੈ ਤੇ ਆਪਣੇ ਔਗਣਾਂ ਦਾ ਇਕਰਾਰ ਕਰਦਾ ਹੈ, ਉਹ ਹੈ ਵਾਹਿਗੁਰੂ ਦੀ ਹਜ਼ੂਰੀ। ਇਹ ਕਿਉਂ? ਇਹ ਇਸ ਕਰਕੇ ਕਿ ਮਨੁੱਖ ਜਾਣਦਾ ਹੈ ਕਿ ਵਾਹਿਗੁਰੂ ਇੱਕ ਦੀ ਗੱਲ ਦੂਜੇ ਅੱਗੇ ਨਹੀਂ ਕਰੇਗਾ ਤੇ ਲੋੜ ਅਨੁਸਾਰ ਸ਼ਰਨ ਆਏ ਦੀ ਰੱਖਿਆ ਕਰਦਾ ਹੈ। ਮਨੁੱਖ ਦੇ ਕੰਮਾਂ ਵਿੱਚ ਘੱਟ ਵੱਧ ਸੁਆਰਥ ਦਾ ਲੇਸ਼ ਹੁੰਦਾ ਹੈ, ਇਸ ਕਰਕੇ ਆਪਣੇ ਦਿਲ ਦੀ ਗੱਲ ਹਰ ਇੱਕ ਅੱਗੇ ਜਿਉਂ ਦੀ ਤਿਉਂ ਖੁੱਲ੍ਹ ਕੇ ਨਹੀਂ ਕਰਦਾ ਕਿ ਪਤਾ ਨਹੀਂ ਕਿਸ ਵੇਲੇ ਇਹ ਆਦਮੀ ਫਿਰ ਜਾਏ ਤਾਂ ਇਹ ਮੇਰੇ ਦੱਸੇ ਭੇਦ ਨੂੰ ਪ੍ਰਗਟ ਕਰ ਦੇਵੇ। ਈਸ਼ਵਰ ਸਾਰਿਆਂ ਦਾ ਸਾਖੀ ਹੈ ਤੇ ਸਾਰਿਆਂ ਦਾ ਦਰਦੀ ਹੈ, ਸਭ ਦਾ ਦਾਤਾ ਹੈ, ਪਰ ਆਪ ਅਚਾਹ ਹੈ, ਇਸ ਕਰਕੇ ਉਸ ਤੋਂ ਕੋਈ ਗੱਲ ਕਿਉਂ ਛੁਪਾਏਗਾ। ਇਹ ਤਾਂ ਅਕਲਮੰਦੀ ਤੇ ਸਿਆਣਪ ਹੈ ਕਿ ਉਸ ਦੇ ਸਾਹਮਣੇ ਜਿਉਂ ਦੀ ਤਿਉਂ ਬੇਨਤੀ ਕੀਤੀ ਜਾਵੇ। ਸਦਾ ਨਿਕਟ ਨਿਕਟ ਹਰ ਜਾਨ। ਪਸ਼ਚਾਤਾਪ ਤੇ ਪ੍ਰਾਇਸ਼ਚਿਤ ਪਰਮਾਰਥ ਦੀ ਪੌੜੀ ਦੇ ਦੋ ਡੰਡੇ ਹਨ। ਪਸ਼ਚਾਤਾਪ ਦੇ ਅਰਥ ਹਨ ਆਪਣੇ ਕਿਸੇ ਕੀਤੇ ਕੋ ਕਰਮ ਨੂੰ ਬੁਰਾ ਸਮਝਣਾ, ਦਿਲੋਂ ਇਸ ਕਰਨੀ ਤੇ ਪਛਤਾਵਾ ਕਰਨਾ, ਤੇ ਪ੍ਰਾਇਸ਼ਚਿਤ ਦੇ ਅਰਥ ਹਨ ਆਪਣੀ ਭੁੱਲ ਤੇ ਆਪਣੇ ਆਪ ਨੂੰ ਆਪ ਸਜ਼ਾ ਦੇਣੀ
ਤਾਂ ਜੋ ਫਿਰ ਅਜਿਹਾ ਕੰਮ ਕਦੇ ਨਾ ਕੀਤਾ ਜਾਏ। ਹਾਂਜੀ, ਫਿਰ ਦੁਹਰਾ ਦੇਈਏ ਕਿ ਪਸ਼ਚਾਤਾਪ ਤੇ ਪ੍ਰਾਇਸ਼ਚਿਤ ਪਰਮਾਰਥ ਦੀ ਪੌੜੀ ਦੇ ਦੋ ਡੰਡੇ ਹਨ। ਪਸ਼ਚਾਤਾਪ ਦੇ ਅਰਥ ਹਨ ਆਪਣੇ ਕਿਸੇ ਕੀਤੇ ਕੋ ਕਰਮ ਨੂੰ ਬੁਰਾ ਸਮਝਣਾ, ਦਿਲੋਂ ਇਸ ਕਰਨੀ ਤੇ ਪਛਤਾਵਾ ਕਰਨਾ, ਤੇ ਪ੍ਰਾਇਸ਼ਚਿਤ ਦੇ ਅਰਥ ਹਨ ਆਪਣੀ ਭੁੱਲ ਤੇ ਆਪਣੇ ਆਪ ਨੂੰ ਆਪ ਸਜ਼ਾ ਦੇਣੀ ਤਾਂ ਜੋ ਫਿਰ ਅਜਿਹਾ ਕੰਮ ਕਦੇ ਨਾ ਕੀਤਾ ਜਾਏ। ਆਪਣੇ ਆਪ ਨੂੰ ਜੋ ਸਜ਼ਾ ਦਿੱਤੀ ਜਾਏ ਉਹ ਪ੍ਰਾਇਸ਼ਚਿਤ ਅਖਵਾਉਂਦੀ ਹੈ, ਪਰ ਜਿਹੜੀ ਸਜ਼ਾ ਦੂਜਾ ਦਿੰਦਾ ਹੈ ਉਸਨੂੰ ਦੰਡ ਕਹਿੰਦੇ ਹਨ। ਜੇ ਕਦੇ ਕਿਸੇ ਆਪਣੀ ਭੁੱਲ ਤੇ ਇਕਾਂਤ ਵਿੱਚ ਬੈਠ ਕੇ ਹੰਝੂ ਵਹਾਏ ਜਾਣ ਤਾਂ ਮਨ ਉਹੋ ਜਿਹਾ ਹੀ ਨਿਰਮਲ ਹੋ ਜਾਵੇਗਾ ਜਿਵੇਂ ਇਸ਼ਨਾਨ ਕਰਨ ਨਾਲ ਸਰੀਰ। ਇਹ ਪਸ਼ਚਾਤਾਪ ਹੈ। ਪ੍ਰਾਇਸ਼ਚਿਤ ਨਾਲ ਮਨ ਨਸੀਹਤ ਪਕੜਦਾ ਹੈ ਤੇ ਅੱਗੋਂ ਲਈ ਬਦੀ ਤੋਂ ਬਚਣ ਦਾ ਬਲ ਵੱਧਦਾ ਹੈ। ਪਰ ਦੰਡ ਨਾਲ ਕਈ ਵੇਰ ਪਸ਼ਚਾਤਾਪ ਘੱਟ ਆਉਂਦਾ ਹੈ ਤੇ ਗਿਰਾਵ ਵਧੇਕ, ਕਿਉਂਕਿ ਦੰਡ ਵੇਲੇ ਕਦੇ ਤਾਂ ਮਨ ਪਸ਼ਚਾਤਾਪ ਵਿੱਚ ਜਾ ਕੇ ਸੁਧਰਦਾ ਹੈ ਪਰ ਕਮਜ਼ੋਰ ਹੋ ਕੇ, ਤੇ ਕਦੇ ਜ਼ਿੱਦ ਵਿੱਚ ਆ ਕੇ ਆਪਣੇ ਪਾਪ ਰੁਚੀ ਵਿੱਚ ਕਰੜਾ ਹੋ ਜਾਂਦਾ ਹੈ। ਪਸ਼ਚਾਤਾਪ ਆਪਣੀ ਵਿਚਾਰ ਤੇ ਮਾਨਸਿਕ ਤਰੱਦਦ ਹੈ ਆਪ ਨੂੰ ਸੁਧਾਰਨ ਦਾ। ਪ੍ਰਾਇਸ਼ਚਿਤ ਕਦੇ ਆਪਣੇ ਵੱਲੋਂ ਹੁੰਦਾ ਹੈ, ਕਦੇ ਧਰਮ ਮੰਡਲ ਵੱਲੋਂ ਹੁੰਦਾ ਹੈ, ਪਰ ਦੰਡ ਅਕਸਰ ਰਾਜ ਪ੍ਰਬੰਧ ਵੱਲੋਂ ਹੁੰਦਾ ਹੈ। ਪਛਤਾਵਾ ਤੇ ਪ੍ਰਾਇਸ਼ਚਿਤ ਬੜੇ ਅੱਛੇ ਦਾਰੂ ਹਨ, ਪਰ ਮਜ਼ਹਬ ਦੇ ਇਤਿਹਾਸ ਵਿੱਚ ਇਹਨਾਂ ਦਾ ਇੰਨਾ ਗਲਤ ਵਰਤਾਵ ਹੋ ਚੁੱਕਾ ਹੈ ਕਿ ਕਈ ਵੇਰ ਜਿਸ ਮਤਲਬ ਲਈ ਇਹ ਦਾਰੂ ਹਨ ਉਸੇ ਦੇ ਤਬਾਹ ਕਰਨ ਵਿੱਚ ਇਹ ਵੇਹੋ ਹੋ ਟੁਕਦੇ ਹਨ। ਇਸ ਕਰਕੇ ਗੁਰੂ ਘਰ ਵਿੱਚ ਇਹਨਾਂ ਦਾ ਵਰਤਾਓ ਖਬਰਦਾਰੀ ਨਾਲ ਕਰਨਾ ਸਿਖਾਇਆ ਗਿਆ ਹੈ। ਜਿਵੇਂ ਸਰੀਰ ਦੀ ਔਹਰ ਦੂਰ ਕਰਨ ਲਈ ਫਾਕਾ, ਜੁਲਾਬ, ਮੁਦਰ ਤੇ ਪਸੀਨਾ ਲਿਆਉਣ ਵਾਲੀਆਂ ਚੀਜ਼ਾਂ ਦਿੰਦੇ ਹਨ, ਤਿਵੇਂ ਪਛਤਾਵਾ ਮਨ ਨੂੰ ਜ਼ਹਿਰਾਂ ਤੋਂ ਸਾਫ਼ ਕਰਨੇ ਦਾ ਦਾਰੂ ਹੈ। ਪਰ ਜੇ ਹਕੀਮ ਫਾਕੇ ਤੇ ਜੁਲਾਬਾਂ ਨੂੰ ਹੀ ਦਾਰੂ ਬਣਾ ਲਵੇ ਤਾਂ ਸਾਰੇ ਮਰੀਜ਼ ਜਮ ਘਾਟ ਉਤਾਰੀ ਜਾਏਗਾ। ਇਸ ਲਈ ਗੁਰਸਿੱਖੀ ਵਿੱਚ ਪਛਤਾਵੇ ਨੂੰ ਥਾਂ ਦੇ ਕੇ ਆਗਿਆ ਹੈ ਕਿ ਅਰਦਾਸ ਕਰੇ, ਅਰ ਪ੍ਰਾਇਸ਼ਚਿਤ ਵਿੱਚ ਗੁਰਬਾਣੀ ਦਾ ਪਾਠ ਕਰੇ, ਜਿਸ ਨਾਲ ਮਨ ਨੂੰ ਤਾੜਨਾ ਤੇ ਸਮੋਧ ਦੋਏ ਹੋ ਕੇ ਉੱਚੀ ਵਿਚਾਰ ਪ੍ਰਾਪਤ ਹੁੰਦੀ ਹੈ। ਜਦੋਂ ਪਛਤਾਵਾ ਕਰਦਿਆਂ ਮਨ ਬਾਣੀ ਦੇ ਪ੍ਰੇਮ ਵਿੱਚ ਨਾਮ ਜਾਂ ਅਭਿਆਸ ਵਿੱਚ ਆ ਜਾਵੇ ਤਾਂ ਝੱਟ ਨਾਮ ਬਾਣੀ ਵਿੱਚ ਲੱਗ ਪਵੇ। ਨਾਮੀ ਪੁਰਖਾਂ ਨੂੰ ਉਚਿਤ ਹੈ ਕਿ ਆਪਣੀ ਭੁੱਲ ਪਰ ਪਛਤਾਵੇ ਦੀ ਅਰਦਾਸ ਕਰਦੇ ਸਾਰ ਸਿਮਰਨ ਵਿੱਚ ਲੱਗ ਪੈਣ, ਕਿਉਂਕਿ ਸਭ ਤੋਂ ਵੱਡਾ ਦਾਰੂ ਔਗਣਾਂ ਦੇ ਦੂਰ ਕਰਨ ਦਾ ਤੇ ਗੁਣ ਭਰ ਦੇਣ ਦਾ ਇਹੋ ਨਾਮ ਹੈ। ਨਾਮ ਦੇ ਅਰਥ ਹਨ ਹਜ਼ੂਰੀ ਦਾ ਵਾਸ। ਜਿਵੇਂ ਲੋਕਾਂ ਦੇ ਸਾਹਮਣੇ ਪਾਪ ਕਰਮ ਕਰਦਿਆਂ ਝੱਕ ਆਉਂਦਾ ਹੈ, ਤਿਵੇਂ ਨਾਮੀ ਪੁਰਖ ਨੂੰ ਸਾਈਂ ਦੀ ਹਜ਼ੂਰੀ ਵਿੱਚ ਝੱਕ ਆਉਂਦਾ ਹੈ। ਉਸ ਤੋਂ ਭੁੱਲ ਤਦੋਂ ਹੁੰਦੀ ਹੈ ਜਦੋਂ ਨਾਮ ਦੇ ਵਿਸਾਰੇ ਵਿੱਚ ਆ ਜਾਵੇ। ਸੋ ਉਹ ਅਰਦਾਸ ਕਰੇ ਤੇ ਝੱਟ ਨਾਮ ਵਿੱਚ ਲੱਗ ਪਵੇ। ਆਖੇ, ਹੇ ਵਾਹਿਗੁਰੂ ਜੀ, ਆਪ ਦੀ ਹਜ਼ੂਰੀ ਤੋਂ ਗਾਫਲ ਹੋ ਕੇ ਭੁੱਲ ਹੋਈ ਹੈ, ਆਪ ਮਿਹਰ ਕਰਕੇ ਮੈਨੂੰ ਹਜ਼ੂਰੀ ਵਿੱਚ ਰੱਖੋ। ਮੈਂ ਸਦਾ ਹਾਜ਼ਰ ਰਹਾਂ, ਜੋ ਭੁੱਲਾਂ ਨਾ ਕਰਾਂ। ਸੋ ਨਾਮ ਦਾ ਅਭਿਆਸੀ ਜਦੋਂ ਭੁੱਲ ਕਰ ਬੈਠੇ ਤਾਂ ਬਿਨੈ ਕਰਕੇ ਸਿਮਰਨ ਦੀ ਡੋਰ ਸੰਭਾਲ ਲਵੇ। ਇਉਂ ਪਛਤਾਵਾ ਮਨ ਨੂੰ ਉੱਚੇ ਕਰਨ ਤੇ ਭੈ ਭਰਮ ਤੋਂ ਸਾਫ਼ ਕਰਨ ਤੇ ਨਾਮ ਵਾਲੀ ਚੜ੍ਹਦੀ ਕਲਾ ਵਿੱਚ ਰੱਖਣ ਦਾ ਸਹਾਈ ਹੁੰਦਾ ਹੈ। ਨਹੀਂ ਤਾਂ ਪਛਤਾਵਿਆਂ ਤੇ ਪਛਚਾਤਾਪਾਂ ਵਿੱਚ ਜਗਤ ਦੇ ਹਰ ਮਜ਼ਹਬ ਵਿੱਚ ਸਾਧਕ ਲੋਕ ਆਪਣੇ ਆਪ ਨੂੰ ਕੋਹ ਕੇ ਮਨ ਦੀਆਂ ਹੀਣ ਦਸ਼ਾ ਨੂੰ ਪ੍ਰਾਪਤ ਹੋ ਕੇ ਰਸਤਿਓਂ ਉਖੜ ਕੇ ਔਖੇ ਹੋਏ ਹਨ। ਹਿੰਦੂ ਤੇ ਕੈਥੋਲਿਕ ਸਾਧੂਆਂ ਨੇ ਤਨ ਗਾਲੇ, ਅੰਗ ਕੱਟੇ, ਸੰਗਲਾਂ ਨਾਲ ਆਪਣੇ ਸਰੀਰ ਕੁੱਟੇ, ਫਾਕਿਆਂ ਨਾਲ ਤਨ ਸੁਕਾਏ ਤੇ ਅਕਹਿ ਕਸ਼ਟ ਸਰੀਰ ਨੂੰ ਦੇ ਕੇ ਸਰੀਰ ਰੋਗੀ ਤੇ ਮਨ ਸਣੇ ਕੀਤੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਦਿੰਦੇ ਹਨ, ਤਨ ਨ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਹੇ ਮਨੁੱਖ,
ਇਸ ਗੱਲ ਦੀ ਬਹੁਤੀ ਚਿੰਤਾ ਨਾ ਕਰਕੇ ਲੋਕ ਚੰਗੇ ਬਣਨ। ਆਪਣੇ ਆਪ ਨੂੰ ਚੰਗਾ ਬਣਾਉਣ ਲਈ ਸਾਰਾ ਬਲ ਖਰਚ ਕਰ। ਤੇਰਾ ਨੇਕ ਨਮੂਨਾ ਤੇਰੇ ਫੋਕੇ ਵਾਕਾਂ ਨਾਲੋਂ ਵਧੇਕ ਅਸਰ ਕਰੇਗਾ। ਜਦੋਂ ਤੂੰ ਆਪ ਸਵਰ ਜਾਵੇਂ ਤਦੋਂ ਤੇਰੀ ਕਹਿਣੀ ਤੇ ਕਰਨੀ ਦੋਏ ਅਸਰ ਵਾਲੇ ਹੋ ਜਾਣਗੇ। ਫਿਰ ਦੁਹਰਾ ਦੇਈ, ਹੇ ਮਨੁੱਖ, ਇਸ ਗੱਲ ਦੀ ਬਹੁਤੀ ਚਿੰਤਾ ਨਾ ਕਰਕੇ ਲੋਕ ਚੰਗੇ ਬਣਨ। ਆਪਣੇ ਆਪ ਨੂੰ ਚੰਗਾ ਬਣਾਉਣ ਲਈ ਸਾਰਾ ਬਲ ਖਰਚ ਕਰ। ਤੇਰਾ ਨੇਕ ਨਮੂਨਾ ਤੇਰੇ ਫੋਕੇ ਵਾਕਾਂ ਨਾਲੋਂ ਵਧੇਕ ਅਸਰ ਕਰੇਗਾ। ਜਦੋਂ ਤੂੰ ਆਪ ਸਵਰ ਜਾਵੇਂ ਤਦੋਂ ਤੇਰੀ ਕਹਿਣੀ ਤੇ ਕਰਨੀ ਦੋਏ ਅਸਰ ਵਾਲੇ ਹੋ ਜਾਣਗੇ। ਜੇ ਕਿਸੇ ਦੇ ਨੇੜੇ ਹੋਣਾ ਚਾਹੁੰਦਾ ਹੈ ਤਾਂ ਉਹਦੇ ਗੁਣਾਂ ਵੱਲ ਵੇਖ। ਜੇ ਔਗਣ ਵੇਖਣ ਦਾ ਯਤਨ ਕਰੇਗਾ ਤਦ ਕਿਤੇ ਹੋਰ ਥਾਂ ਪੁੱਜੇਗਾ ਜੋ ਨੇੜੇ ਨਹੀਂ ਹੋਵੇਗੀ। ਗੁਣ ਦੋਸ਼ ਸਾਰਿਆਂ ਵਿੱਚ ਹਨ। ਪਾਰਖੂ ਨਜ਼ਰ ਨਾਲ ਦੋਵੇਂ ਚੀਜ਼ਾਂ ਵੇਖ। ਔਗਣਾਂ ਨੂੰ ਛੱਡ, ਗੁਣਾਂ ਵੱਲ ਰੁਖ ਕਰ। ਗੁਰਵਾਕ, ਸਾਂਝ ਕਰੀ ਜੈ ਗੁਣੈ ਕੇਰੀ, ਛੋੜ ਔਗਣ ਚੱਲੀਏ। ਪਾਪ ਬੁਰਾ ਪਾਪੀ ਕੋ ਪਿਆਰਾ। ਸੰਸਾਰ ਵਿੱਚ ਕਿਸ ਨੂੰ ਆਪਣਾ ਸ਼ਤਰੂ ਸਮਝੋਗੇ? ਇਕਾਂਤ ਵਿੱਚ ਬੈਠ ਕੇ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ ਮਨੁੱਖ ਆਪਣੇ ਆਪ ਨਾਲ ਜਿੰਨਾ ਵੈਰ ਕਰਦਾ ਹੈ ਉਤਨਾ ਹੋਰ ਕੋਈ ਵੀ ਉਹਦੇ ਨਾਲ ਵੈਰ ਨਹੀਂ ਕਰਦਾ। ਤੂੰ ਅਕਾਰਣ ਹੀ ਕੋੜੇ ਵਾਕ ਬੋਲ ਕੇ ਆਪਣਾ ਮੁੱਲ ਤੇ ਪ੍ਰਭਾਵ ਨਾ ਘਟਾ। ਇੰਜ ਕਰਨਾ ਹੌਲਾਪਨ ਹੋ ਸਕਦਾ ਹੈ, ਗੰਭੀਰਤਾ ਨਹੀਂ। ਜੇ ਕੋਈ ਤੁਹਾਡੇ ਔਗਣ ਤੁਹਾਨੂੰ ਨਹੀਂ ਦੱਸਦਾ ਤਦ ਇਹਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਅੰਨਾ ਹੈ। ਜੇ ਤੁਹਾਡੇ ਤੇ ਜਿਰ ਹੈ ਯਾਨੀ ਬਹਿਸ ਕੀਤੇ ਬਿਨਾਂ ਕੋਈ ਆਦਮੀ ਕੋਈ ਗੱਲ ਮੰਨ ਲੈਂਦਾ ਹੈ ਤਦ ਇਹ ਨਾ ਸਮਝੋ ਕਿ ਤੁਹਾਡੀਆਂ ਸਾਰੀਆਂ ਹੀ ਗੱਲਾਂ ਇਤਬਾਰਯੋਗ ਹਨ। ਮਨੁੱਖ ਦੀ ਆਤਮ ਅਵਸਥਾ ਜਿਉਂ-ਜਿਉਂ ਉੱਚੀ ਹੁੰਦੀ ਹੈ ਤੇ ਜਿਉਂ-ਜਿਉਂ ਬੁੱਧੀ ਸੂਖਮ ਹੁੰਦੀ ਹੈ ਤਿਉਂ-ਤਿਉਂ ਉਹਦਾ ਰਾਹ ਖੰਡਿਓਂ ਤਿੱਖਾ ਤੇ ਵਾਲੋਂ ਨਿੱਕਾ ਹੁੰਦਾ ਜਾਂਦਾ ਹੈ। ਪਰ ਇਸ ਤੰਗ ਰਾਹ ਵਿੱਚ ਨੰਗੇ ਪੈਰੀ ਟੁਰਦਿਆਂ ਲਹੂ ਲੁਹਾਨ ਹੋਏ ਪੈਰਾਂ ਨਾਲ ਜੋ ਉਸ ਨੂੰ ਸੁੱਖ ਮਿਲਦਾ ਹੈ ਉਹ ਰਾਜ ਮਹਿਲਾਂ ਤੇ ਮੋਟਰਾਂ ਵਿੱਚ ਵੀ ਨਹੀਂ ਮਿਲ ਸਕਦਾ। ਹਾਂਜੀ, ਫਿਰ ਦੁਹਰਾ ਦੇਈਏ, ਮਨੁੱਖ ਦੀ ਆਤਮ ਅਵਸਥਾ ਜਿਉਂ-ਜਿਉਂ ਉੱਚੀ ਹੁੰਦੀ ਹੈ ਤੇ ਜਿਉਂ-ਜਿਉਂ ਬੁੱਧੀ ਸੂਖਮ ਹੁੰਦੀ ਹੈ ਤਿਉਂ-ਤਿਉਂ ਉਹਦਾ ਰਾਹ ਖੰਡਿਓਂ ਤਿੱਖਾ ਤੇ ਵਾਲੋਂ ਨਿੱਕਾ ਹੁੰਦਾ ਜਾਂਦਾ ਹੈ। ਪਰ ਇਸ ਤੰਗ ਰਾਹ ਵਿੱਚ ਨੰਗੇ ਪੈਰੀ ਟੁਰਦਿਆਂ ਲਹੂ ਲੁਹਾਨ ਹੋਏ ਪੈਰਾਂ ਨਾਲ ਜੋ ਉਸ ਨੂੰ ਸੁੱਖ ਮਿਲਦਾ ਹੈ ਉਹ ਰਾਜ ਮਹਿਲਾਂ ਤੇ ਮੋਟਰਾਂ ਵਿੱਚ ਵੀ ਨਹੀਂ ਮਿਲ ਸਕਦਾ। ਆਤਮਦਰਸ਼ੀ ਸੰਸਾਰ ਵੱਲ ਵੇਖ ਕੇ ਕਹਿੰਦਾ ਹੈ, ਤੁਸੀਂ ਮੈਨੂੰ ਮਾਣ ਕਿਉਂ ਦਿੰਦੇ ਹੋ? ਇਹ ਉਹਨਾਂ ਨੂੰ ਦੇਵੋ ਜੋ ਇਸ ਨੂੰ ਚਾਹੁੰਦੇ ਹਨ। ਇਸ ਦੇ ਚਾਹਵਾਨਾਂ ਨੂੰ ਨਾ ਦੇ ਕੇ ਉਹਨਾਂ ਨੂੰ ਦੁੱਖ ਦਿੰਦੇ ਹੋ ਤੇ ਮੈਨੂੰ ਇਹ ਚੀਜ਼ ਦੇ ਕੇ ਮੇਰੀਆਂ ਕਠਿਨਾਈਆਂ ਨੂੰ ਵਧਾ ਕੇ ਦੁਖੀ ਬਣਾਉਂਦੇ ਹੋ। ਛੁਪ ਕੇ ਪਾਪ ਕਰਨਾ ਕਾਇਰਤਾ ਹੈ ਤੇ ਸਾਹਮਣੇ ਕਰਨਾ ਬੇਹਯਾਈ। ਪਾਪ ਲਈ ਪਰਮਾਤਮਾ ਦੀ ਸ਼ਰਨ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਪਾਪ ਕਰਕੇ ਵੀ ਜੋ ਆਕੜਦਾ ਹੈ ਸਮਝੋ ਕਿ ਉਸ ਦੇ ਗਿਰਨ ਦੀ ਅਜੇ ਹੋਰ ਗੁੰਜਾਇਸ਼ ਹੈ। ਜਿਹੜਾ ਪਾਪ ਕਰਕੇ ਛਿਪਾਉਂਦਾ ਹੈ ਉਹ ਹੋਰ ਡਿੱਗਦਾ ਹੈ। ਪਰ ਜੇ ਉਹ ਲੱਜਤ ਆਉਂਦਾ ਹੈ ਤਾਂ ਉਹ ਪਾਪ ਦੀ ਰਾਹ ਰੋਕਦਾ ਹੈ ਤੇ ਜਿਹੜਾ ਪਛਤਾਪ ਕਰਦਾ ਹੈ ਉਹ ਭਲਾਈ ਨੂੰ ਵਾਜਾ ਮਾਰਦਾ ਹੈ। ਪਾਪ ਮੌਤ ਦੀ ਕੁੰਡੀ ਹੈ ਜਿਸ ਦੇ ਕੰਢੇ ਦਾ ਗਿਆਨ ਮੱਛੀ ਨੂੰ ਨਿਗਲਣ ਲੱਗਿਆ ਨਹੀਂ ਪਰ ਮਰਨ ਵੇਲੇ ਹੁੰਦਾ ਹੈ। ਅਕਲ ਵਾਲਾ ਉਹ ਹੈ ਜੋ ਪਾਪਾਂ ਦੀ ਪੰਡ ਨਾ ਚੁੱਕੇ। ਮਿੱਤਰ ਉਹ ਹੈ ਜੋ ਪਾਪਾਂ ਵਿੱਚ ਫਸਣ ਤੋਂ ਰੋਕੇ ਤੇ ਸ਼ਤਰੂ ਉਹ ਹੈ ਜੋ ਪਾਪਾਂ ਵਾਲੇ ਪਾਸੇ ਖਿੱਚੇ। ਹਾਂਜੀ, ਫਿਰ ਦੁਹਰਾ ਦੇਈਏ, ਅਕਲ ਵਾਲਾ ਉਹ ਹੈ ਜੋ ਪਾਪਾਂ ਦੀ ਪੰਡ ਨਾ ਚੁੱਕੇ। ਮਿੱਤਰ ਉਹ ਹੈ ਜੋ ਪਾਪਾਂ ਵਿੱਚ ਫਸਣ ਤੋਂ ਰੋਕੇ ਤੇ ਸ਼ਤਰੂ ਉਹ ਹੈ ਜੋ ਪਾਪਾਂ ਵਾਲੇ ਪਾਸੇ ਖਿੱਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।